सत श्री अकाल जी मेरे वालों सारिਆਂ ਨੂੰ। मैं एंटिटी फ्रैशर जिद्दां कि तुहानूं पता ही है कि गौरमेंट ने 8393 पोस्टां कड्ढियां होईयां आ, पर वलंटियर जिहड़े आ इन्नी जिद्द दे विच अड़े होए आ कि इन्हां पोस्टां नूं जिहड़ा कंप्लीट जिहड़ा होण दे ही नहीं रहे। और दूसरे पासे मैं एंटिटी फ्रैशर्स नूं भी कहना चाहूँगी कि जिहड़े अपने घरां दे विचों जिहड़ा आ ओह कंफर्ट दे विचों जिहड़ा बाहर निकलना ही नहीं चाहुंदे ते इन्हां एंटिटी पोस्टां जिहड़ियां साडे हत्थ दे विच आ उन्हां नूं अपने हत्थी जिहड़ा ओह गवा रहे आ। असीं अपनी हर कोशिश जिहड़ी आ ओह कर चुके हां। असीं गौरमेंट नूं जिहड़ा आ एजुकेशन मिनिस्टर, सिक्ख्या सकत्तर, अपने जिहड़े भी साडे डिस्ट्रिक्ट दे MLA असीं सारिਆਂ ने मंग पत्र दित्ते कि इन्हां पोस्टां नूं कंप्लीट कराओ ते समय सिर पेपर कराओ ते सारे जिहड़े आ ओह अपनी ज्वाइनिंग लै सकन ते अपना जो भी हैगा हर एक दा दिल आ कि मेरा जिहड़ा फ्यूचर सिक्योर होवे। पर वलंटियर जिहड़े आ ओह बहुत गलत जिद्द दे उत्ते अड़े होए आ। ओह उन्हां दी जिद्द जिहड़ी आ ना ओह जिद्द जिहड़ी 5 साल पिछे कर दूगी ओह अपने ही बंदियां नूं। ਜਿਹੜੇ ਵਲੰਟੀਅਰ ਦਿਨ ਰਾਤ ਮਿਹਨਤ ਕਰ ਰਹੇ ਆ ਨਾ ਉਹਨਾਂ ਦੇ ਨਾਲ ਇਹ ਬਹੁਤ ਵੱਡੀ ਬੇਇਨਸਾਫੀ ਹੋ ਰਹੀ ਆ। ਉਹਨਾਂ ਦਾ ਜਿਹੜਾ 18 ਸਾਲ ਦਾ ਬਨਵਾਸ ਸੀ ਉਹ ਬਨਵਾਸ ਜਿਹੜਾ ਆ ਉਹਨੂੰ 25 ਸਾਲ ਦਾ ਕਰਨ ਦੇ ਚੱਕਰ ਵਿੱਚ ਪਏ ਆ। ਵਲੰਟੀਅਰ ਇੰਨੀ ਜਿੱਦ ਦੇ ਵਿੱਚ ਆਏ ਹੋਏ ਆ। ਕੀ ਚਾਹੁੰਦੇ ਆ ਤੁਸੀਂ ਕਿ ਇਹਨਾਂ ਪੋਸਟਾਂ ਦੇ ਉੱਤੇ ਤੁਹਾਡੀ ਜਿੱਦ ਦੇ ਕਾਰਨ ਤੁਹਾਡੀ ਗੱਲ ਸਰਕਾਰ ਤੁਹਾਡੀ ਜਿੱਦ ਮੰਨ ਲਵੇ। ਸਰਕਾਰ ਵੀ ਮੈਂ ਕਹਿੰਦੀ ਤੁਹਾਡੀ ਜਿੱਦ ਮੰਨ ਲਊਗੀ। ਤੁਹਾਨੂੰ ਇੰਨਾ ਪਤਾ ਹੈ ਕਿ ਇਹ ਜਿਹੜੀ ਭਰਤੀ ਆ ਪਹਿਲੇ ਨੋਟੀਫਿਕੇਸ਼ਨ ਦੇ ਮੁਤਾਬਕ ਹੀ ਅਗਰ ਨਹੀਂ ਹੁੰਦੀ ਤੇ ਇਹ ਜਿਹੜੀਆਂ ਪੋਸਟਾਂ ਹਾਈ ਕੋਰਟ ਦੇ ਵਿੱਚ 101% ਚੈਲੰਜ ਹੋ ਜਾਣਗੀਆਂ। ਅਸੀਂ ਆਪਣੇ ਵੱਲੋਂ ਹਰ ਕੋਸ਼ਿਸ਼ ਐਂਟੀਟੀ ਫਰੈਸ਼ਰਸ ਕਰ ਰਹੇ ਹਾਂ ਕਿ ਇਹ ਪੋਸਟਾਂ ਸਟੇ ਨਾ ਹੋਣ, ਕਿਉਂਕਿ ਇਹਦੇ ਵਿੱਚ ਜੇ ਪੋਸਟਾਂ ਸਟੇ ਹੁੰਦੀਆਂ ਨਾ ਤੁਹਾਡਾ ਫਾਇਦਾ ਆ ਨਾ ਸਾਡਾ ਫਾਇਦਾ। ਇਹ ਨੁਕਸਾਨ ਹੋਣਾ ਸਾਰਿਆਂ ਨੂੰ। ਇਹ ਨੁਕਸਾਨ ਦਾ ਤੁਸੀਂ ਦੱਸ ਦਿਓ ਕੀ ਤੁਸੀਂ ਮਤਲਬ ਕਿ ਉਹ ਜਿੱਦ ਉਹ ਕਰੀ ਦੀ ਹੁੰਦੀ ਆ ਜਿਹਦੇ ਨਾਲ ਕਿਸੇ ਦਾ ਭਲਾ ਹੋਵੇ। ਤੁਸੀਂ ਬਹੁਤ ਬਹੁਤ ਗਲਤ ਜਿੱਦ ਕਰੀ ਜਾਂਦੇ ਬੈਠੇ। ਜਿਹੜੇ ਵੀ ਹੈਗੇ ਆਪਣੇ ਵਲੰਟੀਅਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਿਉਂ ਆਪਣੇ ਹੱਥੀ ਇਹ 8393 ਪੋਸਟਾਂ ਸਰਕਾਰ ਨੇ ਇੰਡੀ ਵੱਡੀ ਭਰਤੀ ਕੱਢੀ ਹੋਈ ਆ, ਤੁਸੀਂ ਕਿਉਂ ਨਹੀਂ ਸਮਝ ਰਹੇ ਕਿ ਇਹਨੂੰ ਟਾਈਮ ਸਿਰ ਕੰਪਲੀਟ ਕਰਾ ਦਿਓ, ਨਹੀਂ ਤਾਂ ਕੋਡ ਆਫ ਕੰਡਕਟ ਲੱਗ ਜਾਣਾ। ਸਰਕਾਰ ਦੇ 2-3 ਮਹੀਨੇ ਪਏ ਆ। ਇਹ 2-3 ਮਹੀਨੇ ਦੇ ਵਿੱਚ ਸਰਕਾਰ ਨੂੰ ਤਾਂ ਆਪਣੀ ਪਈ ਆ ਕਿ ਉਹ ਆਪਣੀ ਸੀਟਾਂ ਨੂੰ ਕਿੱਦਾਂ ਬਚਾਊਗੀ, ਕਿੱਦਾਂ ਉਹ ਆਪਣਾ ਵੋਟ ਬੈਂਕ ਆ ਉਹਨੂੰ ਮਜ਼ਬੂਤ ਕਰੇ। ਤੁਸੀਂ ਆਪਣੇ ਜਿਹੜਾ ਆ ਸਾਨੂੰ ਬਸ ਡਿਪਾਰਟਮੈਂਟਲ ਕਰੋ। ਇਹ ਕੀ ਜਿੱਦ ਤੋਂ ਤੁਸੀਂ ਫੜ ਲਈਏ? ਇਹ ਜਿੱਦ ਦਾ ਕੋਈ ਪੋਜ਼ਿਟਿਵ ਰਿਸਪੌਂਸ ਆਊਗਾ? ਜਿਹੜੇ ਵੀ ਪ੍ਰਧਾਨ ਅੱਗੇ ਲੱਗੇ ਹੋਏ ਆ ਮੈਨੂੰ ਇੱਕ ਵਾਰ ਤਾਂ ਥੋੜਾ ਜਿਹਾ ਦੱਸ ਦਿਓ ਜੇ ਇਹਨਾਂ ਪੋਸਟਾਂ ਦੇ ਉੱਤੇ ਸਟੇ ਆ ਗਿਆ। ਜਿਹੜੇ ਇਹਨਾਂ ਵਿਚਾਰੇ 18 ਸਾਲ ਦੇ ਬਨਵਾਸ ਕੱਟ ਰਹੇ ਆ, ਜਿਨ੍ਹਾਂ ਨੇ ਐਂਟੀਟੀ ਜਿਹੜੀ ਆ ਉਹ ਕੀਤੀ ਆ, ਉਹਨਾਂ ਨੂੰ ਜਵਾਬ ਤੁਸੀਂ ਕੀ ਦਓਗੇ? ਇਹਨਾਂ ਪੋਸਟਾਂ ਦਾ ਜਿਹੜਾ ਹੈ ਉਹ ਤੁਸੀਂ ਦੱਸ ਦਿਓ ਮੈਨੂੰ ਕੀ ਜਵਾਬ ਦਓਗੇ ਜਿਹੜੀਆਂ ਇਹ ਪੋਸਟਾਂ 8393 ਅਗਰ ਸਟੇ ਹੋ ਗਈਆਂ ਹਾਈ ਕੋਰਟ ਦੇ ਵਿੱਚ। ਤੁਸੀਂ ਇਹ ਬਿਲਕੁਲ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਇਹ ਪੋਸਟਾਂ ਸਟੇ ਨਹੀਂ ਹੋ ਗਈਆਂ। ਇਹ ਪੋਸਟਾਂ ਅਗਰ ਪਹਿਲੇ ਨੋਟੀਫਿਕੇਸ਼ਨ ਦੇ ਮੁਤਾਬਕ ਇਸ ਸਟੇ ਦੇ ਉੱਤੇ ਜਿਹੜੀਆਂ ਵੀ ਇਹ ਪੋਸਟਾਂ ਆ ਉਹਦੇ ਮੁਤਾਬਕ ਭਰਤੀ ਨਹੀਂ ਹੁੰਦੀ, ਗੌਰਮੈਂਟ ਨੂੰ ਵੀ ਚੈਲੰਜ ਕਰਨ ਦੇ ਲਈ ਜਿਹੜਾ ਗੌਰਮੈਂਟ ਦੇ ਖਿਲਾਫ ਵੀ ਜਿਹੜੀ ਉਹ ਕੋਰਟ ਬੈਠੀ ਆ। ਤੁਸੀਂ ਜਿਹੜਾ ਕਹਿੰਦੇ ਹੋ ਸਰਕਾਰ ਦੀ ਕੋਰਟ ਆ, ਸਰਕਾਰ ਦੇ ਉੱਥੇ ਬੰਦੇ ਲੱਗੇ, ਉਹ ਭਰਾਵਾ 2364 ਜਿਹੜੇ ਆ ਭਰਤੀ ਦੇ ਉੱਤੇ ਸਟੇ ਲੱਗੀ ਆ, ਤੁਸੀਂ ਮੈਨੂੰ ਉਹ ਤੜਾ ਕੇ ਦੱਸ ਦਿਓ। ਅਸੀਂ ਜਿਹੜਾ ਉਹ ਮਿਲ ਕੇ ਸਟੇ ਨੂੰ ਤੋੜਨ ਦੇ ਲਈ ਕੇਸ ਲਾਇਆ, ਸਾਡੇ ਕੋਲ ਸਟੇ ਟੁੱਟੀ ਨਹੀਂ ਹਜੇ ਤੱਕ। ਉਹ 2364 ਜਿਹੜੀਆਂ ਉਹ ਕੋਰਟ ਦੇ ਵਿੱਚ ਰੁਲੀ ਜਾਂਦੀਆਂ ਆ। ਤੁਸੀਂ ਕਿਹੜੇ ਭੁਲੇਖਿਆਂ ਦੇ ਵਿੱਚ ਪਏ ਆ? ਗੌਰਮੈਂਟ ਅਗਰ ਕੋਈ ਵੀ ਇੰਨਾ ਵੀ ਗਲਤ ਡਿਸੀਜਨ ਲੈਂਦੀ ਹੈ 1 ਮਿੰਟ ਵਿੱਚ ਜਿਹੜੇ ਕੈਂਡੀਡੇਟ ਉਹ ਜਾਂਦੇ ਆ ਹਾਈ ਕੋਰਟ। ਤੁਸੀਂ ਆਪਣੀ ਜਿੱਦ, ਮੈਂ ਤੁਹਾਨੂੰ ਫਿਰ ਬਾਰ-ਬਾਰ ਅਪੀਲ ਕਰਦੀ ਪਈ ਹਾਂ, ਆਪਣੀ ਜਿੱਦ ਛੱਡੋ। ਤੁਹਾਨੂੰ ਇੰਨਾ ਹੀ ਸੋਚ ਲੈਣਾ ਚਾਹੀਦਾ ਜਿਹੜੀਆਂ ਪੋਸਟਾਂ ਸਾਡੇ ਤੋਂ ਬਾਅਦ ਫਿਲ ਹੋਈਆਂ ਸੀ, ਚਾਹੇ ਉਹ ਲਾਇਬ੍ਰੇਰੀਅਨ ਦੀਆਂ ਸੀ, ਮਾਸਟਰ ਕੈਡਰ ਦੀਆਂ ਸੀ, ਉਹਨਾਂ ਦੇ ਪੇਪਰ ਹੋ ਗਏ, ਮਾਸਟਰ ਕੈਡਰ ਦੇ ਪੇਪਰ ਹੋ ਗਏ, ਉਹਨਾਂ ਦੇ ਨਿਯੁਕਤੀ ਪੱਤਰ ਵੀ ਉਹਨਾਂ ਨੂੰ ਜਾਰੀ ਹੋ ਗਏ, ਸਟੇਸ਼ਨ ਅਲਾਟਮੈਂਟ ਵੀ ਉਹਨਾਂ ਨੂੰ ਹੋ ਗਈ। ਤੁਸੀਂ ਕਿਹੜੀ ਮਤਲਬ ਕਿ ਉਹਦੇ ਮੌਕੇ ਦੀ ਤਲਾਸ਼ ਵਿੱਚ ਆ? ਇੱਕ ਪਾਸੇ ETT ਵਾਲੇ ਆ, BEd ਵਾਲੇ ਉਹ ਪੋਸਟਾਂ ਲਈ ਸੰਘਰਸ਼ ਕਰ ਰਹੇ ਆ, ਸਾਡੀਆਂ ਪੋਸਟਾਂ ਕੱਢੋ, ਅਸੀਂ ਜਿਹੜਾ ਪੇਪਰ ਦਈਏ ਤਾਂ ਅਸੀਂ ਲੱਗੀਏ। ਸਾਡੀਆਂ ਪੋਸਟਾਂ ਸਾਡੇ ਹੱਥ ਦੇ ਵਿੱਚ ਆ ਸਾਰਿਆਂ ਦੇ, ਚਾਹੇ ਉਹ ਐਂਟੀਟੀ ਫਰੈਸ਼ਰਸ ਆ ਚਾਹੇ ਉਹ ਵਲੰਟੀਅਰ ਆ। ਅਸੀਂ ਆਪਣੇ ਹੱਥ ਦੇ ਵਿੱਚ ਆਈਆਂ ਪੋਸਟਾਂ ਨੂੰ ਜਿਹੜਾ ਆਪਣੇ ਹੱਥ ਵਿੱਚੋਂ ਸਿੱਟ ਰਹੇ ਆ ਦੂਰ, ਉਹਨਾਂ ਨੂੰ ਖਤਮ ਕਰਨ ਦੇ ਚੱਕਰ ਆਪਣੇ ਹੱਥੀਂ ਜਿਹੜਾ ਉਹਨੂੰ ਖਤਮ ਕਰ ਰਹੇ ਆ। ਤੁਸੀਂ ਉਹਨਾਂ ਵਲੰਟੀਅਰ ਸਾਥੀਆਂ ਦੇ ਨਾਲ ਵੀ ਬਹੁਤ ਵੱਡੀ ਬੇਇਨਸਾਫੀ ਕਰ ਰਹੇ ਆ ਜਿਹੜੇ ਇਹਨਾਂ ਪੋਸਟਾਂ ਦੇ ਉੱਤੇ ਜਿਹੜਾ ਉਹ ਲੱਗ ਸਕਦੇ ਆ। ਉਹ ਤੁਸੀਂ ਉਹਦਾ ਪਹਿਲਾਂ ਹੀ 18 ਸਾਲ ਦਾ ਬਨਵਾਸ ਭੁਗਤ ਰਹੇ ਆ, ਇਹ ਬਨਵਾਸ ਨੂੰ ਤੁਸੀਂ ਹੁਣ 25 ਸਾਲ ਦਾ ਕਰ ਦੇਣਾ ਚਾਹੁੰਦੇ ਆ। ਤੇ ਐਂਟੀਟੀ ਫਰੈਸ਼ਰਸ ਵੀ ਆ ਜਿਹੜੇ ਕਈ ਕੈਂਡੀਡੇਟਸ ਆ, ਸਾਡੀ ਅੱਜ ਅਸੀਂ ਮੰਗ ਪੱਤਰ ਦੇਣ ਗਏ ਸੀ, ਉਹਦੇ ਵਿੱਚ ਜਿਹੜਾ ਕੈਂਡੀਡੇਟਸ ਜਿਹੜੇ ਆ ਉਹ 37 ਸਾਲਾਂ ਦੇ ਹੋਏ ਪਏ ਆ, 40 ਸਾਲਾਂ ਦੇ ਹੋਏ ਆ। ਉਹ ਕੋਈ ਉਹਨਾਂ ਵਿਚਾਰਿਆਂ ਦੀ ਓਵਰ ਏਜ ਹੋ ਜਾਣੀ ਆ, ਉਹਨਾਂ ਦੀਆਂ ਬਰਦਵਾਵਾਂ ਤੁਸੀਂ ਲੈਣ ਲੱਗੇ ਇੱਥੇ ਬਹਿ ਕੇ ਆਪਣੀ ਜਿੱਦ ਦੇ ਵਿੱਚ। ਉਹ ਤੁਸੀਂ ਜਿੱਦ ਕਰਨੀ ਆ ਤਾਂ ਕੋਈ ਪੋਜ਼ਿਟਿਵ ਜਿੱਦ ਕਰੋ ਨਾ, ਜਿਨ੍ਹਾਂ ਦੇ ਨਾਲ ਜਿੱਦਾਂ ਮੇ ਵੀ ਤੁਹਾਡੀ ਤਨਖਾਹ ਆ, ਤੁਸੀਂ ਆਪਣੀ ਤਨਖਾਹ ਪੇਮੈਂਟ ਵਧਵਾਓ ਗੌਰਮੈਂਟ ਦੇ ਕੋਲੋਂ। ਗੌਰਮੈਂਟ ਜਾਣ ਵਾਲੀ ਆ, ਤੁਸੀਂ ਸਾਰੀ ਉਮਰ 6-6 ਹਜ਼ਾਰ ਦੇ ਉੱਤੇ ਹੀ ਲੱਗੇ ਰਹਿਣਾ ਆ। ਕਿਉਂ ਤੁਸੀਂ ਆਪਣੇ ਆਪ ਨੂੰ ਜਿਹੜਾ ਆ ਉਹ ਕਰੀ ਜਾ ਰਹੇ ਆ? ਇੱਕ ਪਤਾ ਨਹੀਂ ਤੁਹਾਡੇ ਦਿਮਾਗ 'ਚ ਕਿਹਨੇ ਇਹ ਗੱਲ ਪਾਤੀ ਜੀ ਇਹਨੂੰ ਡਿਪਾਰਟਮੈਂਟਲ ਕਰ ਲਓ। ਉਹ ਡਿਪਾਰਟਮੈਂਟਲ ਹੋ ਉੱਦਾਂ ਤਾਂ ਹੋਣ ਨਹੀਂ ਲੱਗੀਆਂ, ਅਗਰ ਹੋ ਵੀ ਗਈਆਂ ਤਾਂ ਹਾਈ ਕੋਰਟ ਦੇ ਵਿੱਚ ਸਟੇ ਹੋ ਜਾਂਦੀਆਂ। ਠੀਕ ਹੈ, ਇਸ ਕਰਕੇ ਮੈਂ ਤੁਹਾਨੂੰ ਫਿਰ ਤੋਂ ਅਪੀਲ ਕਰਦੀ ਹਾਂ ਕਿ ਪਲੀਜ਼ ਇਹਨਾਂ ਵੈਕੈਂਸੀਆਂ ਨੂੰ ਟਾਈਮ ਸਿਰ ਜਿਹੜਾ ਆ ਪੇਪਰ ਕੰਡਕਟ ਕਰਵਾਓ, ਸਰਕਾਰ ਕੋਲ ਡੇਟ ਕਢਵਾਓ ਤੇ ਇਹ ਪੇਪਰ ਨੂੰ ਹੋ ਜਾਣ ਦਿਓ। ਜਿਹੜੇ ਡਿਜ਼ਰਵ ਕਰਦੇ ਆ, ਕਾਬਿਲ ਹੈਗੇ ਆ, ਉਹਨਾਂ ਨੂੰ ਲੱਗ ਜਾਣ ਦਿਓ। ਤੁਸੀਂ ਤਾਂ ਫਿਰ ਵੀ 6-6 ਹਜ਼ਾਰ ਦੇ ਉੱਤੇ ਸਾਰੇ ਲੱਗੇ ਹੋ ਆ। ਇੱਥੇ ਕਈ ਇਦਾਂ ਦੇ ਆ ਜਿਹੜੇ ਵਿਚਾਰਿਆਂ ਨੂੰ 6-6 ਹਜ਼ਾਰ ਵੀ ਨਹੀਂ ਮਿਲਦੇ। ਪ੍ਰਾਈਵੇਟ ਸਕੂਲਾਂ ਦੇ ਵਿੱਚ 2-2 3-3 ਹਜ਼ਾਰ ਦੇ ਉੱਤੇ ਲੱਗੇ ਹੋਏ ਆ।
ਸਾਡੇ ਕੋਲ ਜਿਹੜਾ ਹੈ ਉਹ ਖੋਣ ਵਾਸਤੇ ਜਿਹੜਾ ਹੈ ਉਹ ਕੁਝ ਨਹੀਂ, ਪਰ ਤੁਹਾਡੇ ਕੋਲ ਪਾਉਣ ਨੂੰ ਬਹੁਤ ਕੁਛ ਆ, ਪਰ ਉਹ ਤੁਸੀਂ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੋ, ਉਹਨੂੰ ਸਭ ਤੁਸੀਂ ਖੋਣ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਕਰਕੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ, ਇਹਨਾਂ ਆਪਣੇ ਫੈਸਲੇ ਨੂੰ ਜਿਹੜਾ ਹੈ ਪੁਨਰ ਵਿਚਾਰ ਕਰੋ, ਇਸ ਫੈਸਲੇ ਦੇ ਉੱਤੇ ਬੈਠ ਕੇ ਇਸ ਫੈਸਲੇ ਨੂੰ ਜਿਹੜਾ ਬਦਲੋ। ਅਗਰ ਇਹ ਟਾਈਮ ਨਿਕਲ ਗਿਆ ਤੇ ਫਿਰ ਤੁਸੀਂ ਜਿਹੜਾ ਹੈ ਪਛਤਾਓਗੇ। ਕੀ ਜਵਾਬ ਦੋਗੇ ਜਿਹੜੇ ਪ੍ਰਧਾਨ ਆ ਵਲੰਟੀਅਰਾਂ ਦੇ, ਉਹ ਕੀ ਜਵਾਬ ਦੇਣਗੇ ਆਪਣੇ ਸਾਥੀਆਂ ਨੂੰ? ਉੱਥੇ ਧਰਨੇ ਦੇ ਉੱਤੇ ਵੀ ਉਹੀ ਬੰਦੇ ਆ ਜਿਹੜੇ ਬੈਠੇ ਹੋਏ ਆ ਜਿਨ੍ਹਾਂ ਦੀ ਐਂਟੀਟੀ ਕਲੀਅਰ ਨਹੀਂ ਹੈਗੀ, ਜਾਂ ਜਿਹੜੇ ਰੀਅਪੇਅਰ ਵਾਲੇ ਆ, ਪੇਪਰ ਹੀ ਕਲੀਅਰ ਹੈ ਨਹੀਂ। ਉਹ ਵਿਚਾਰੇ ਜਿਹੜੇ ਐਂਟੀਟੀ ਕਰੀ ਬੈਠੇ ਆ 7-8 ਹਜ਼ਾਰ ਬੰਦਾ ਤੁਹਾਡਾ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਲੱਗ ਲੈਣ ਦਿਓ। ਮਤਲਬ ਕਿ ਤੁਸੀਂ ਇੱਕ ਦੂਏ ਦੀ ਨਾ ਟੰਗ ਖਿੱਚ ਕੇ ਜਿਹੜਾ ਉਹ ਖਿੱਚ ਰਹੇ ਆ, ਕਿਤੇ ਉਹ ਬੰਦਾ ਨਾ ਸੀੜੀ ਚੜ੍ਹ ਜਾਵੇ, ਕਿਤੇ ਉਹ ਪੱਕਾ ਨਾ ਹੋ ਜਾਵੇ, ਅਸੀਂ ਪਿੱਛੇ ਰਹਿ ਜਾਣਾ। ਇਹ ਜਿੱਦ ਵਾ, ਇਹ ਤੁਹਾਡੀ ਬਹੁਤ ਵੱਡੀ ਇਹ ਜਿੱਦ ਜਿਹੜੀ ਹੈ ਨਾ 8393 ਹੈ ਨਾ, ਹੱਥ ਚੋਂ ਗਵਾਓਗੀ, ਚਾਹੇ ਉਹ ਐਂਟੀਟੀ ਫਰੈਸ਼ਰਸ ਆ, ਚਾਹੇ ਉਹ ਵਲੰਟੀਅਰ ਆ। ਤੁਸੀਂ ਆਪਣੇ ਹੱਥੋਂ ਜਿਹੜੀ ਆ ਇਹ ਵੈਕੈਂਸੀ ਗਵਾ ਰਹੇ ਆ। ਉਹ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਂਦੀ, ਈਟੀਟੀ ਬੀਐਡ ਵਾਲੇ ਕਿੱਦਾਂ ਸੰਘਰਸ਼ ਕਰਦੇ ਪਏ ਆ। ਸੁਰਿੰਦਰਪਾਲ ਵੀਰ ਜਿਹੜਾ ਕਿੰਨੇ ਦਿਨਾਂ ਤੋਂ ਟਾਵਰ ਤੇ ਚੜ੍ਹ ਕੇ ਬੈਠਾ, 118-19 ਦਿਨ ਉਹਨੂੰ ਹੋ ਗਏ ਆ, ਉਹ ਟਾਵਰ ਤੇ ਬੈਠਾ ਹੋਇਆ ਕਿ ਸਾਡੀਆਂ 10,000 ਪੋਸਟਾਂ ਕੱਢੋ। ਤੁਸੀਂ ਆਪਣੇ ਹੱਥੀਂ ਅੱਗ ਲਾਈ ਜਾਂਦੇ ਪੋਸਟਾਂ ਨੂੰ ਜਿਹੜੀਆਂ ਤੁਹਾਨੂੰ ਮਿਲੀਆਂ ਹੋਈਆਂ ਆ। ਉਹ ਬੱਸ ਕਰੋ, ਬੱਸ ਬਹੁਤ ਹੋ ਗਿਆ। ਇਹ ਸਰਕਾਰ ਤਾਂ ਅੱਗੇ ਨਹੀਂ ਇਹ ਭਰਤੀ ਕਰਨਾ ਚਾਹੁੰਦੀ 8393। ਉਹ ਕਿਉਂ ਐਡੀ ਵੱਡੀ ਭਰਤੀ ਕਰੂਗੀ ਜਦ ਉਹਨਾਂ ਦਾ 6-6 ਹਜ਼ਾਰ ਤੁਹਾਨੂੰ ਦੇ ਕੇ ਸਾਰ ਰਿਹਾ? ਉਹ ਐਡੀ ਵੱਡੀ ਭਰਤੀ ਕਰਨ ਦੇ ਮੂਡ ਵਿੱਚ ਹੀ ਨਹੀਂ ਹੈਗੀ, ਔਰ ਉਹਦੇ ਵਿੱਚ ਤੁਸੀਂ ਉਹਨਾਂ ਦੀ ਸਰਕਾਰ ਦੀ ਪੂਰੀ ਸਪੋਰਟ ਕਰ ਰਹੇ ਆ। ਪਲੀਜ਼ ਬੰਦ ਕਰੋ ਆ ਸਭ ਤੇ ਇਸ ਭਰਤੀ ਨੂੰ ਕੰਪਲੀਟ ਹੋਣ ਦਿਓ। ਤੇ ਮੈਂ ਵਲੰਟੀਅਰ ਜਿਹੜੇ ਸਾਥੀ ਆ ਜਿਨ੍ਹਾਂ ਨੇ ਐਂਟੀਟੀ ਕਲੀਅਰ ਆ, ਉਹ ਵੀ ਜਿਹੜਾ ਆਪਣੀ ਯੂਨੀਅਨ ਨੂੰ ਸਮਝਾਓ ਕਿ ਇਹ ਜਿਹੜੀਆਂ ਪੋਸਟਾਂ ਇਹਨਾਂ ਤੇ ਸਟੇ ਆ ਜਾਣਾ ਆ। ਕਿਉਂ ਤੁਸੀਂ ਇੱਕ ਹਨੇਰੇ ਵਿੱਚ ਬੈਠੇ ਆ ਕਿ ਇਹਨਾਂ ਪੋਸਟਾਂ 'ਤੇ ਅਸੀਂ ਸਟੇ ਨਹੀਂ ਲੱਗਣ ਦੇਵਾਂਗੇ, ਅਸੀਂ ਸਰਕਾਰ ਜਿਹੜੀ ਉਹ ਆਪੇ ਦੇਖ ਲੂਗੀ। ਸਰਕਾਰ ਤਾਂ ਕਿਉਂ ਦੇਖੂਗੀ ਅਗਰ ਸਟੇ ਲੱਗ ਗਿਆ? ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਦੇ ਵਿੱਚ। ਅਗਰ ਸਟੇ ਲੱਗਦਾ ਸਰਕਾਰ ਨੇ ਸਿਰਫ ਇੱਦਾਂ ਕਹਿਣਾ ਹੁਣ ਹਾਈ ਕੋਰਟ ਦੇ ਵਿੱਚ ਪਈਆਂ ਤਾਂ ਅਸੀਂ ਕੀ ਕਰੇ, ਅਸੀਂ ਤੁਹਾਡੀ ਜਿੱਦ ਮੰਨ ਲਈ ਆ ਕਿ ਤੁਸੀਂ ਕਹਿੰਦੇ ਡਿਪਾਰਟਮੈਂਟਲ ਕਰੋ, ਅਸੀਂ ਡਿਪਾਰਟਮੈਂਟਲ ਕਰ ਲਈਆਂ। ਹੁਣ ਜੇ ਹਾਈ ਕੋਰਟ 'ਚ ਸਟੇ ਲੱਗ ਗਈ ਆ ਤਾਂ ਹੁਣ ਅਸੀਂ ਕੀ ਕਰੀਏ? ਉਹ ਬੱਸ ਕਰੋ ਆਪਣੀ ਜਿੱਦ ਬੱਸ ਕਰੋ। ਇਹ ਪੇਪਰ ਨੂੰ ਹੋ ਜਾਣ ਦਿਓ, ਕੰਪਲੀਟ ਹੋਣ ਦਿਓ ਇਸ ਭਰਤੀ ਨੂੰ, ਨਹੀਂ ਤਾਂ ਤੁਸੀਂ ਪਤਾ ਨਹੀਂ ਕਿਹਦੀ ਬਰਦਵਾ ਜਿਹੜੀ ਆ ਬੈਠਿਆਂ ਨੇ ਲਗਵਾ ਲੈਣੀ ਹੈ। ਟੰਗ ਖਿੱਚਣੀ ਇੱਕ ਦੂਏ ਦੀ ਬੰਦ ਕਰੋ। ਜੇ ਐਂਟੀਟੀ ਤੁਹਾਡੀ ਹੈ ਹੀ ਨਹੀਂ, ਹੋ ਤੁਹਾਡੀ ਕਲੀਅਰ ਹੀ ਨਹੀਂ ਹੈਗੇ ਪੇਪਰ, ਤਾਂ ਜਿਹੜੇ ਕਲੀਅਰ ਤੁਹਾਡੇ ਵਲੰਟੀਅਰ ਕਰਕੇ ਬੈਠੇ ਉਹਨਾਂ ਨੇ ਬਹੁਤ ਵੱਡਾ ਇੰਜਸਟਿਸ ਕਰਦੇ ਆ। ਉਹਨਾਂ ਨੇ ਵੀ ਵੱਡੀਆਂ ਫੀਸਾਂ ਕੋਚਿੰਗ ਸੈਂਟਰਾਂ 'ਚ ਭਰੀਆਂ ਹੋਈਆਂ, ਦਿਨ ਰਾਤ ਉਹਨਾਂ ਨੇ ਵੀ ਮਿਹਨਤ ਕੀਤੀ ਆ ਕਿ ਅਸੀਂ ਐਂਟੀਟੀ ਦੇ ਵਿੱਚ ਜਿਹੜਾ ਪੱਕੇ ਹੋ ਸਕੀਏ। ਕਿਉਂ ਉਹਨਾਂ ਦੇ ਸੁਪਨਿਆਂ ਦੇ ਉੱਤੇ ਤੁਸੀਂ ਪਾਣੀ ਫੇਰ ਆਏ ਬੈਠ ਕੇ? ਬਸ ਕਰੋ। ਔਰ ਐਂਟੀਟੀ ਫਰੈਸ਼ਰਸ ਜਿਹੜੇ ਹੁਣ ਘਰਾਂ ਦੇ ਵਿੱਚ ਬੈਠੇ ਆ ਨਾ, ਸਿਰਫ ਉਹ ਇਹੀ ਦਿਮਾਗ 'ਚ ਲੈ ਕੇ ਬੈਠੇ ਆ ਜੀ ਆਪਾਂ ਅਸੀਂ ਸਿਰਫ ਇਹਨਾਂ ਤੇ ਸਟੇ ਕਰਨਾ, ਬਿਲਕੁਲ ਪੂਰੀ ਜਿੱਦ ਕਰਕੇ ਬੈਠੇ ਆ ਜੀ ਵਲੰਟੀਅਰਾਂ ਨੂੰ ਇਹ ਸੀਟਾਂ ਨਹੀਂ ਮਿਲ ਦੇਣੀਆਂ, ਅਸੀਂ ਜਿਹੜਾ ਉਹ ਸਟੇ ਕਰ ਦੇਣਾ। ਉਹ ਸਟੇ ਜਿਹੜੀ ਉਹ ਲਾਸਟ ਆਪਸ਼ਨ ਆ। ਅਸੀਂ ਸਾਰੇ ਮਿਲ ਕੇ ਜਿਹੜਾ ਇਹਨਾਂ ਪੋਸਟਾਂ ਨੂੰ ਬਚਾ ਸਕਦੇ ਹਾਂ। ਆਪਾਂ ਸਰਕਾਰ ਨੂੰ ਕਹਿ ਸਕਦੇ ਕਿ ਪੇਪਰ ਦੀ ਡੇਟ ਅਨਾਉਂਸ ਕਰੋ ਤੇ ਐਗਜ਼ਾਮ ਜਿਹੜਾ ਉਹ ਲੈ ਲਿਆ ਜਾਵੇ, ਚਾਹੇ ਉਹ ਵਲੰਟੀਅਰ ਆ ਚਾਹੇ ਉਹ ਐਂਟੀਟੀ ਫਰੈਸ਼ਰ ਆ, ਉਹ ਕਾਬਿਲ ਬੰਦਾ ਹੀ ਜਿਹੜਾ ਪੋਸਟ ਤੇ ਲੱਗੇ। ਮੈਂ ਇਹ ਨਹੀਂ ਕਹਿੰਦੀ ਕਿ ਐਂਟੀਟੀ ਫਰੈਸ਼ਰਸ ਜਿਹੜੇ ਆ ਸਾਰੇ ਕਾਬਿਲ ਆ। ਜਿਹੜੇ ਕਾਬਿਲ ਆ, ਹੁਣ ਮੈਨੂੰ ਕੀ ਪਤਾ ਕਿ ਮੇਰਾ ਜਿਹੜਾ ਉਹ ਨੰਬਰ ਆਊਗਾ ਕਿ ਨਹੀਂ। ਜਿਹੜਾ ਕਾਬਿਲ ਆ ਉਹ ਡਿਜ਼ਰਵ ਕਰਦਾ ਇਹਨਾਂ ਪੋਸਟਾਂ ਦੇ ਉੱਤੇ ਲੱਗੋ। ਤੇ ਪਲੀਜ਼ ਮੈਂ ਇਹ ਕਹਿੰਦੀ ਆ ਕਿ ਆਪਣਾ ਜਿਹੜਾ ਤੁਸੀਂ ਜਿੱਦ ਫੜ ਕੇ ਬੈਠੇ ਇਹਨੂੰ ਛੱਡ ਦਿਓ ਨਾ। ਤੁਸੀਂ ਕਰੋ ਇਹ 2-3 ਮਹੀਨੇ ਆ ਤੁਹਾਡੇ ਕੋਲ। ਇਹ 2-3 ਮਹੀਨੇ ਅਗਰ ਨਿਕਲ ਗਏ ਨਾ ਤਾਂ ਬੈਠੇ ਫਿਰ ਤੁਸੀਂ ਬੈਠੇ ਰਹੀਓ, ਫਿਰ ਉੱਥੇ ਕਰਿਓ ਆਪਣੀ ਜਿੱਦ। ਕੁਛ ਨਹੀਂ ਹੱਥ ਲੱਗਣਾ। ਜਿਹੜੇ ਤੁਹਾਡੇ ਪੱਕੇ ਹੋ ਸਕਦੇ ਸੀ ਨਾ ਵਿਚਾਰੇ ਨਾ ਐਂਟੀਟੀ ਪੋਸਟਾਂ ਦੇ ਵਿੱਚ 8393 ਐਡੀ ਵੱਡੀ ਭਰਤੀ ਆ, ਉਨੀ ਵੱਡੀ ਕੱਟ ਆਫ ਵੀ ਨਹੀਂ ਜਾਣੀ ਇਸ ਭਰਤੀ ਦੇ ਵਿੱਚ। 23-64 ਦੇ ਵਿੱਚ ਮੇਰੀ ਵੀ ਸਕਰੂਟਨੀ ਹੋਈ ਆ, ਉਹਦੇ ਵਿੱਚ ਇੰਨੀ ਕੱਟ ਆਫ ਨਹੀਂ ਗਈ। ਇਹ ਤਾਂ ਹੈ ਵੀ ਐਡੀ ਵੱਡੀ ਵੈਕੈਂਸੀ, ਇੰਨੀ ਕੱਟ ਆਫ ਵੀ ਨਹੀਂ ਜਾਣੀ ਹੈਗੀ। ਤੁਹਾਡੇ ਕਈ ਸਾਥੀ ਜਿਹੜੇ 23-64 ਦੇ ਵਿੱਚ ਜਿਹੜਾ ਉਹਨਾਂ ਨੇ 700-800 ਸਾਥੀ ਜਿਹੜਾ ਤੁਹਾਡਾ ਉਹ ਸਿਲੈਕਟ ਹੋਇਆ ਪਿਆ, ਉਹ ਕਿੰਨੇ ਕਾਬਿਲ ਬੰਦੇ ਆ। ਜੇ ਉਹਨਾਂ ਦਾ ਈਟੀਟੀ ਵਾਲੇ ਜਿਹੜੇ ਵੀ ਫਰੈਸ਼ਰ ਸੀ, ਈਟੀਟੀ ਵਾਲੇ ਅਗਰ ਜਿਹੜਾ ਪੜੂਗਾ ਜੀ ਉਹ ਪੋਸਟਾਂ ਲੈ ਜਾਊਗਾ। ਹੁਣ ਫ੍ਰੀ ਵਿੱਚ ਤਾਂ ਜਿਹੜਾ ਆ ਕੋਈ 10 ਨੰਬਰ ਨਹੀਂ ਅਗਰ ਲੈ ਸਕੇ, ਤੁਹਾਨੂੰ ਸਰਕਾਰ ਨੇ 10 ਨੰਬਰ ਦਿੱਤੇ ਹੋਏ ਆ, ਤੁਸੀਂ ਇਹਨਾਂ ਪੋਸਟਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੈ ਜਾਓਗੇ। ਮੈਨੂੰ ਪਤਾ ਆ ਸਾਰਿਆਂ ਨੂੰ। ਪਲੀਜ਼ ਰਿਕੁਐਸਟ ਆ ਇਸ ਭਰਤੀ ਨੂੰ ਕੰਪਲੀਟ ਹੋ ਜਾਣ ਦਿਓ, ਬਾਅਦ ਵਿੱਚ ਪਛਤਾਏ ਕੁਛ ਨਹੀਂ ਹੋਣਾ। ਜਿਹੜੇ ਵੀ ਮੇਰੇ ਵਲੰਟੀਅਰ ਸਾਥੀ ਇਹਨੂੰ ਸੁਣ ਰਹੇ ਇਸ ਆਡੀਓ ਨੂੰ, ਆਪਣੇ ਸਾਥੀਆਂ ਨੂੰ ਸਮਝਾਓ, ਜਿਹੜੀ ਜਿੱਦ ਆ ਉਹ ਛੱਡੋ, ਸਰਕਾਰ ਨਾਲ ਗੱਲ ਕਰੋ, ਆਪਣੀ ਪੇਮੈਂਟ ਦੀ ਗੱਲ ਕਰੋ ਕਿ ਉਹ ਜਿਹੜਾ ਤੁਹਾਡੀ ਪੇਮੈਂਟ ਵਧਾਵੇ ਜਾਂ ਕੋਈ ਐਦਾਂ ਦੀ ਜਿਹੜਾ ਆ ਤੁਹਾਨੂੰ ਕਿਸੇ ਪੋਸਟ ਦੇ ਉੱਤੇ ਜਿਹੜਾ ਉਹ ਪੱਕਾ ਕਰ ਦੇਵੇ। ਐਦਾਂ ਨਾ ਕਰੋ ਕਿ 8393 ਹੁਣ ਜਨ ਤੱਕ ਹੋ ਗਈਆਂ ਇਹ ਪੋਸਟਾਂ, ਇਹਨਾਂ ਵਿੱਚ ਕੁਝ ਨਹੀਂ ਸਰਕਾਰ ਜਿਹੜੀ ਉਹ ਕਰ ਸਕਦੀ। ਇਹ ਬਿਲਕੁਲ ਸਿੱਧੀ ਭਰਤੀ ਹੈ, ਇਹਨੂੰ ਉਲਝਾਉਣ ਦੀ ਕੋਸ਼ਿਸ਼ ਨਾ ਕਰੋ। ਇਹ ਭਰਤੀ ਪਹਿਲੇ ਨੋਟੀਫਿਕੇਸ਼ਨ ਦੇ ਅਨੁਸਾਰ ਹੀ ਅਗਰ ਹੁੰਦੀ ਆ ਤੇ ਇਹਦੇ ਤੇ ਕੋਈ ਸਟੇ ਨਹੀਂ ਹੋਊਗਾ, ਪਰ ਜੇ ਇਹਦੇ ਵਿੱਚ ਕੁਝ ਚੇਂਜ ਹੋਇਆ ਤਾਂ 101% ਸਟੇ ਹੋਣੀ ਆ। ਸਟੇ ਜਿਹੜਾ ਉਹ ਲਾਸਟ ਵਿਕਲਪ ਆ, ਸਾਡੇ ਕੋਲ ਆਪਸ਼ਨ ਲਾਸਟ ਆ। ਹੁਣ ਤੁਹਾਡੀ ਮਰਜ਼ੀ, ਸਮਝਣਾ ਸਮਝੋ, ਨਹੀਂ ਸਮਝਣਾ ਨਾ ਸਮਝੋ। ਬਾਕੀ ਜਿਹੜਾ ਆ ਕੱਲ ਨੂੰ ਕੁਝ ਹੁੰਦਾ ਆ ਤੇ ਤੁਸੀਂ ਵੀ ਭੁਗਤਿਓ ਬੈਠ ਕੇ, ਅਸੀਂ ਤਾਂ ਭੁਗਤਣਾ ਹੀ ਭੁਗਤਣਾ, ਨਾਲ ਤੁਸੀਂ ਵੀ ਜਿਹੜਾ ਭੁਗਤਣਾ ਆ। ਇੱਕ ਦੂਜੇ ਦੀ ਟੰਗ ਖਿੱਚਣੀ ਜਿਹੜੀ ਆ ਉਹ ਬੰਦ ਕਰੋ। ਜਿਹੜਾ ਡਿਜ਼ਰਵ ਕਰਦਾ ਉਹਨੂੰ ਪੱਕੇ ਹੋਣ ਦਿਓ। ਥੈਂਕ ਯੂ ਵੈਰੀ ਮਚ।